लोग लाइव तस्वीरें देख सकते हैं यहाँ संत टोल से, जहां पर किसानों द्वारा एक अलग तरीके से यहाँ पर लोहड़ी मनाई जा रही है, क्योंकि जो तीनों कृषि कानून है जिस पर हालांकि अभी फिलहाल सुप्रीम कोर्ट द्वारा स्टे जरूर किया गया है, लेकिन किसान यहाँ पर उन तीनों कृषि कानूनों को जलाते हुए नजर आ रहे हैं। किसानों का लगातार यही कहना है कि जब तक खुद सरकार इन तीनों कानूनों को वापस नहीं लेती तब तक इनका आंदोलन खत्म नहीं होने वाला। लाइव तस्वीरें आप लोग इस समय संत टोल से देख रहे हैं और आप लोगों से अपील यही रहेगी कि इन तस्वीरों को शेयर भी जरूर कीजिए। किसान एकता जिंदाबाद, एकता जिंदाबाद, किसान मजदूर एकता जिंदाबाद, साडा भाईचारा जिंदाबाद, साडा भाईचारा जिंदाबाद, किसान एकता जिंदाबाद। तो आप देख सकते हैं आज लोहड़ी का पर्व है जो कि देश भर में, स्पेशली अगर हम पंजाब हरियाणा की बात करें तो काफी धूमधाम से जरूर मनाया जाता है, लेकिन इस साल की हम बात करें कुछ अलग तस्वीरें देखने को मिल रही है, क्योंकि पंजाब से हरियाणा से सभी किसान जो है वो पिछले 1.5 महीने से ज्यादा हो चुका है और दिल्ली बॉर्डर पर डटे हुए हैं। ऐसे में क्या कुछ तस्वीरें लोहड़ी के दिन देखने को मिल सकती हैं वो आप लोग खुद देख सकते हैं। जो तीनों कृषि कानून है उन्हें यहाँ पर किसानों द्वारा जलाया गया है। कुछ किसानों से हम लोग बातचीत भी करेंगे। आप लोगों से अपील यही रहेगी इन तस्वीरों को शेयर जरूर कीजिएगा। सर, क्या कुछ बताना चाहेंगे, क्या आज यहाँ पर जो है किसानों द्वारा किया गया, क्योंकि ऐसी कुछ तस्वीरें बस्तारा टोल पर भी देखने को मिली। ਅਸੀਂ ਇੱਕ ਤੇ ਗੋਦੀ ਮੀਡੀਆ ਨੂੰ ਸਭ ਤੋਂ ਪਹਿਲਾਂ ਜਿਹੜਾ ਮੈਸੇਜ ਹੈ ਗੋਦੀ ਮੀਡੀਆ ਨੂੰ ਦੇਣਾ ਚਾਹੁੰਦੇ ਆ ਕਿ ਅਸੀਂ ਸਿਰਫ ਇਹ 3 ਕਾਨੂੰਨਾਂ ਦੇ ਵਿਰੋਧ ਹਾਂ, ਨਾ ਕਿ ਅਸੀਂ ਕਨਸਟੀਟਿਊਸ਼ਨ ਯਾਨੀ ਕਿ ਸੰਵਿਧਾਨ ਦੇ ਵਿਰੋਧ ਹਾਂ। ਅਸੀਂ ਸਿਰਫ ਇਹਨਾਂ 3 ਵਿਰੋਧ ਕਰਨੇ ਪਏ, ਇਹਨਾਂ 3 ਜਿਹੜੇ ਇਹਨਾਂ ਕਾਲੇ ਕਾਨੂੰਨ ਕਿਸਾਨਾਂ ਵਾਸਤੇ ਲੈ ਕੇ ਆਏ ਨੇ। ਫਿਰ ਸੁਪਰੀਮ ਕੋਰਟ ਵੀ ਮੈਂ ਕਹਿ ਸਕਣਾ ਕਿ ਬੋਬੜੇ ਸਾਹਿਬ ਵੀ ਕਿਤੇ ਨਾ ਕਿਤੇ ਉਹਨਾਂ ਨੂੰ ਗਲਤੀ ਲੱਗੀ ਹੈ ਜਾਂ ਉਹਨਾਂ ਨੂੰ ਕਿਸੇ ਨੇ ਗਲਤ ਗਾਈਡ ਕੀਤਾ। ਜਿਹੜੀ ਇੱਕ ਕਮੇਟੀ ਬਣਾਈ ਗਈ ਹੈ ਉਹ ਬਹੁਤ ਹੀ ਗਲਤ ਕਮੇਟੀ ਬਣਾਈ ਗਈ ਹੈ, ਕਿਉਂਕਿ ਉਹ ਚਾਰੇ ਦੇ ਚਾਰੇ ਮੈਂਬਰ ਪਹਿਲਾਂ ਹੀ ਇਹਨਾਂ ਬਿੱਲਾਂ ਦੀ ਸਹਿਮਤੀ ਕਰ ਚੁੱਕੇ ਨੇ। ਇੱਕ ਨੇ ਉਹਨਾਂ ਦੇ ਵਿੱਚ ਆਪਣਾ ਸਰਦਾਰ ਭੁਪਿੰਦਰ ਸਿੰਘ, ਉਹਨਾਂ ਦਾ ਕੋਈ ਬਿਆਨ ਹੀ ਨਹੀਂ ਹੈਗਾ। ਇੱਕ ਇਕਨੋਮਿਸਟ ਨੇ ਬਹੁਤ ਵਧੀਆ ਉਹਨਾਂ ਨੂੰ 2015 ਦੇ ਵਿੱਚ ਉਹਨਾਂ ਨੂੰ ਅਵਾਰਡ ਵੀ ਦਿੱਤਾ ਗਿਆ, ਲੇਕਿਨ ਇਹ ਕਾਨੂੰਨ ਨੂੰ ਬਣਾਉਣ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਹੱਥ ਹੈ। ਉਹਨਾਂ ਹੀ ਇਹ ਕਾਨੂੰਨ ਬਣਾਏ ਨੇ ਤੇ ਹੁਣ ਸੁਪਰੀਮ ਕੋਰਟ ਉਹਨਾਂ 4 ਬੰਦਿਆਂ ਦੀ ਕਮੇਟੀ ਬਣਾ ਕੇ ਕਹਿੰਦੀ ਕਿ ਅਸੀਂ ਕੋਈ ਸਿੱਟਾ ਕੱਢਾਂਗੇ, ਅਸੀਂ ਕੋਈ ਸੋਲੂਸ਼ਨ ਕੱਢਾਂਗੇ, ਬਟ ਇਹਨਾਂ ਸੋਲੂਸ਼ਨ ਕੀ ਕੱਢਣਾ ਹੈ? ਕਿਸਾਨਾਂ ਦੇ ਖਿਲਾਫ ਹੀ ਕੱਢਣਗੇ, ਕਿਉਂਕਿ ਉਹ ਗਵਰਨਮੈਂਟ ਦੇ ਹੀ ਬੰਦੇ ਨੇ, ਉਹਨਾਂ ਗਵਰਨਮੈਂਟ ਦੀ ਹਿਮਾਇਤ ਕਰਨੀ ਹੈ, ਕਿਸਾਨਾਂ ਦੀ ਹਿਮਾਇਤ ਨਹੀਂ ਕਰਨੀ। ਪਰ ਸਰ, ਜੇ ਐਦਾਂ ਦੀ ਗੱਲ ਹੈ ਤਾਂ ਫਿਰ ਕहीं ਨਾ ਕहीं ਸੁਪਰੀਮ ਕੋਰਟ ਦੇ ਉੱਤੇ ਵੀ ਕਈ ਸਵਾਲ ਉੱਠ ਰਹੇ ਨੇ, ਕਿਉਂਕਿ ਕਿਸਾਨ ਉਹਨਾਂ ਤੇ ਵੀ ਭਰੋਸਾ ਕਰਨ ਲਈ ਹਜੇ ਤਿਆਰ ਨਹੀਂ ਹੈ। ਕੋਰਟ ਤੇ ਅਸੀਂ ਡਾਇਰੈਕਟਲੀ ਨਹੀਂ ਸਵਾਲ ਉਠਾ ਸਕਦੇ। ਅਸੀਂ ਇਹ ਕਹਿ ਸਕਦੇ ਹਾਂ ਕਿ ਕਿਤੇ ਨਾ ਕਿਤੇ ਉਹਨਾਂ ਨੂੰ ਲਾ ਲਓ ਮਿਸਗਾਈਡ ਹੋਏ ਨੇ ਜਾਂ ਉਹਨਾਂ ਨੂੰ ਪਤਾ ਨਹੀਂ। ਜਦੋਂ ਉਹਨਾਂ ਨੂੰ ਇਸ ਚੀਜ਼ ਦਾ ਪਤਾ ਲੱਗੇਗਾ ਕਿ ਇਹ ਤੇ ਪਹਿਲਾਂ ਹੀ ਇਹਨਾਂ ਕਿਸਾਨਾਂ ਦੇ ਜਿਹੜੇ ਬਿੱਲ ਨੇ ਇਹਨਾਂ ਦੀ ਹਿਮਾਇਤ ਕਰ ਰਹੇ ਨੇ, ਮੈਨੂੰ ਲੱਗਦਾ ਹੈ ਕਿ ਬੋਬੜੇ ਸਾਹਿਬ ਫਿਰ ਕੋਈ ਨਾ ਕੋਈ ਸਟੈਪ ਜ਼ਰੂਰ ਲੈਣਗੇ। ਸਰ, ਜਿਵੇਂ ਕਿ 1.5 ਮਹੀਨੇ ਤੋਂ ਵੱਧ ਹੋ ਗਿਆ ਹੈ ਕਿਸਾਨਾਂ ਨੂੰ ਦਿੱਲੀ ਬਾਰਡਰ ਤੇ ਬੈਠੇ ਹੋਏ, ਸੁਪਰੀਮ ਕੋਰਟ ਨੇ ਇਹ ਵੀ ਕਿਹਾ ਸੀ ਕਿ ਜਿਹੜੇ ਸਾਡੀ ਬੀਬੀਆਂ ਉੱਥੇ ਬੈਠੇ ਨੇ, ਬੱਚੇ ਜਿਹੜੇ ਬੈਠੇ ਨੇ, ਉਹਨਾਂ ਨੂੰ ਆਪਣੇ ਘਰੇ ਵਾਪਸ ਜਾਣਾ ਚਾਹੀਦਾ, ਕਿਉਂਕਿ ਐਦਾਂ ਸਰਦੀ 'ਚ ਉੱਥੇ ਬਹਿਣਾ ਸਹੀ ਨਹੀਂ ਹੈਗਾ। ਉਹਦੇ ਬਾਰੇ ਤੁਸੀਂ ਕੀ ਕੁਝ ਕਹਿਣਾ ਚਾਹੋਗੇ? ਉਹਦੇ ਬਾਰੇ ਵੇਖੋ ਜੀ, ਇਹ ਇੱਕ ਆਪਾਂ ਕਹਿ ਸਕਦੇ ਹਾਂ ਇੱਕ ਸਰਕਾਰ ਦੀ ਹੀ ਨੀਤੀ ਹੈ ਕਿ ਹੌਲੀ ਹੌਲੀ ਇਹਨਾਂ ਦਾ ਜਿਹੜਾ ਅੰਦੋਲਨ ਹੈ ਉੱਥੇ ਇਕੱਠੇ ਹੋਏ ਨੇ ਇਹਨਾਂ ਨੂੰ ਖਦੇੜਿਆ ਜਾਏ, ਕਿ ਹੌਲੀ ਹੌਲੀ ਬਜ਼ੁਰਗ ਜਾਣਗੇ। ਬਜ਼ੁਰਗ ਹੀ ਤੇ ਸਾਡਾ ਸਾਰਾ ਕੁਝ ਨੇ, ਬਜ਼ੁਰਗ ਹੀ ਤੇ ਸਾਨੂੰ ਸੋਚ ਦਿੰਦੇ ਨੇ ਕਿ ਅਸੀਂ ਕਿਵੇਂ ਚੱਲਣਾ ਹੈ। ਸਾਰੇ ਜਿੰਨੇ ਵੀ ਯੰਗਸਟਰ ਮੁੰਡੇ ਨੇ ਇਹਨਾਂ ਕਰਕੇ ਅਸੀਂ ਚੱਲਨੇ ਆ। ਇਹ ਸਾਡੇ ਪਿਓ ਨੇ, ਬਜ਼ੁਰਗ ਨੇ ਸਾਡੇ, ਉਹ ਸੋਚਦੇ ਨੇ ਕਿ ਬਜ਼ੁਰਗਾਂ ਨੂੰ ਆਪਾਂ ਹੌਲੀ ਹੌਲੀ ਵਿੱਚੋਂ ਕੱਢਾਂਗੇ ਤੇ ਹੌਲੀ ਹੌਲੀ ਫਿਰ ਇਹ ਜਿਹੜੇ ਯੰਗ ਪੀੜ੍ਹੀ ਹੈ ਤੇ ਜਿਹੜਾ ਅੰਦੋਲਨ ਇਹਨੂੰ ਹੌਲੀ ਹੌਲੀ ਖਤਮ ਕਰਨ ਦੀ ਨੀਤੀ ਹੈ ਸਾਫ਼, ਜਿਹੜੀ ਤੁਹਾਨੂੰ ਦਿਸ ਰਹੀ ਹੈ ਕਿ ਜਨਾਨੀਆਂ ਜਿੰਨੀਆਂ ਵੀ ਉੱਥੇ ਨੇ, ਲੇਡੀਜ਼ ਜਿੰਨੀਆਂ ਵੀ ਇਕੱਠੀਆਂ ਹੋਈਆਂ ਨੇ, ਇਹਨਾਂ ਨੂੰ ਸਾਰਿਆਂ ਨੂੰ ਕੱਢ ਦਿੱਤਾ ਜਾਏ। ਹੌਲੀ ਹੌਲੀ ਫਿਰ ਅੰਦੋਲਨ ਵੀ ਖਤਮ ਹੋ ਜਾਏਗਾ। तो नवदीप जी, क्या जैसे 26 तारीख का किसानों ने एक ਬਜ਼ੁਰਗ रखी हुई है कि 26 तारीख को ਹਾਂਜੀ 26 ਤਰੀਕ ਨੂੰ 26 ਤਰੀਕ ਨੂੰ ਅਸੀਂ ਬਿਲਕੁਲ ਸ਼ਾਂਤੀਪੂਰਵਕ ਢੰਗ ਨਾਲ ਰੈਲੀ ਕੱਢਾਂਗੇ ਦਿੱਲੀ ਦੇ ਵਿੱਚ। ਸਾਡਾ ਕੋਈ ਵੀ ਕਿਸੇ ਵੀ ਸੰਵਿਧਾਨ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਤਲਬ ਨਹੀਂ। ਅਸੀਂ ਤਿਰੰਗੇ ਲੈ ਕੇ ਜਾਵਾਂਗੇ, ਅਸੀਂ ਆਪਣੀ ਆਵਾਜ਼ ਰੱਖਾਂਗੇ। ਜਿਹੜੀ ਗੂੰਗੀ ਸਰਕਾਰ ਹੈ ਨਾ, ਉਹਦੇ ਅੱਗੇ ਆਪਣੀ ਆਵਾਜ਼ ਰੱਖਣੀ ਹੈ ਅਸੀਂ, ਕਿਉਂਕਿ ਭਗਤ ਸਿੰਘ ਵੀ ਆਂਦਾ ਹੁੰਦਾ ਸੀ ਕਿ ਗੂੰਗੀ ਬੋਲੀ ਸਰਕਾਰ ਨੂੰ ਸੁਣਾਉਣ ਵਾਸਤੇ ਨਾ ਧਮਾਕਾ ਕਰਨਾ ਹੁੰਦਾ ਹੈ, ਤੇ ਇਹ ਅਸੀਂ ਧਮਾਕਾ ਕਰਨ ਜਾ ਰਹੇ ਹਾਂ 26 जनवरी ਨੂੰ। एक इनू बोली सरकार अन्नी सरकार नु सुनाने वास्ते। जैसा कि न्यायालय ने एक कमेटी गठित कर दी गई है, उसके बावजूद भी
क्या वहाँ ट्रैक्टर रैली का प्रदर्शन किया जाएगा? ਉਹ ਤੇ ਵੇਖੋ ਜੇ ਸਾਡਾ 15 ਤਰੀਕ ਨੂੰ ਜਿਵੇਂ ਕਿਹਾ ਹੈ ਚੀਫ ਜਸਟਿਸ ਨੇ ਕਿ 15 ਤਰੀਕ ਨੂੰ ਉਹ ਜਾਰੀ ਕਰਨਗੇ ਜੋ ਵੀ ਉਹਨਾਂ ਦਾ ਆਦੇਸ਼ ਹੈ। ਜੇ ਸੋਲੂਸ਼ਨ ਨਿਕਲਦਾ ਹੈ ਅਸੀਂ ਮਠਿਆਈਆਂ ਵੰਡਾਂਗੇ, ਖੁਸ਼ੀ ਮਨਾਵਾਂਗੇ। ਜੇ ਸੋਲੂਸ਼ਨ ਨਹੀਂ ਨਿਕਲਦਾ ਤੇ ਜਿਹੜਾ 26 ਤਰੀਕ ਦਾ ਪ੍ਰੋਗਰਾਮ ਹੈ ਉਹ ਜਿਉਂ ਦਾ ਤਿਉਂ ਹੀ ਰਹੇਗਾ, ਉਹ ਰੈਲੀ ਨਿਕਲੇਗੀ ਹੀ ਨਿਕਲੇਗੀ। यानी कि न्यायालय द्वारा गठित की गई कमेटी उत्ते ਜਿਹੜਾ ਕਿਸਾਨਾਂ ਨੂੰ ਵਿਸ਼ਵਾਸ ਕੋ ਨਹੀਂ। ਨਹੀਂ ਆਪਾਂ ਇਹ ਨਹੀਂ ਕਹਿ ਸਕਦੇ, ਉਹ ਕਿਤੇ ਨਾ ਕਿਤੇ ਸ਼ਾਇਦ ਲੱਗਦਾ ਹੈ ਕਿ ਹਜੇ ਉਹਨਾਂ ਨੇ ਨਾਮ ਦਿੱਤੇ ਨੇ, ਠੀਕ ਹੈ। ਮੈਨੂੰ ਲੱਗਦਾ ਹੈ ਕਿ ਉਹਦੇ ਵਿੱਚ ਉਹ ਸੰਸ਼ੋਧਨ ਕਰਕੇ ਸ਼ਾਇਦ ਉਹ ਕਮੇਟੀ ਉਹਨਾਂ ਨੂੰ ਬੰਦੇ ਦੁਬਾਰਾ ਵਿੱਚ ਲੈ ਕੇ ਆਉਣੇ ਚਾਹੀਦੇ ਨੇ। ਬੰਦੇ ਐਵੇਂ ਦੇ ਲੈ ਕੇ ਆਉਣੇ ਚਾਹੀਦੇ ਨੇ ਜਿਹੜੇ ਕਿਸਾਨਾਂ ਦੀ ਵੀ ਹਿਮਾਇਤ ਕਰਨ ਤੇ ਸਰਕਾਰ ਵੱਲੋਂ ਵੀ ਹੋਣ ਬੰਦੇ। ਉਹ ਅਸੀਂ ਨਹੀਂ ਕਹਿੰਦੇ ਵੀ ਉਹ ਬੰਦੇ ਸਾਡੀ ਹੀ ਗੱਲ ਕਰਨ, ਵਿਚੋਲੀਆ ਹੋਣਾ ਚਾਹੀਦਾ ਤੇ ਵਿਚੋਲਾ ही होना चाहिए है। सर कैमला गांव में जो कुछ तस्वीरें हमने देखी उसके बारे में क्या कुछ बताना चाहेंगे, क्योंकि अभी भी लोगों द्वारा या हम लोग भाजपा के कार्यकर्ताओं के द्वारा बात करें। इस तरह भी कैमला ਦਾ ਪ੍ਰੋਗਰਾਮ ਸੀ ਖੱਟਰ ਸਾਹਿਬ ਦਾ ਨਾ, ਇਹ ਦੇਖੋ ਸਾਡੇ ਨਿੱਕੇ ਨਿੱਕੇ ਬੱਚੇ ਬਜ਼ੁਰਗ ਭੈਣਾਂ ਸਾਡੀਆਂ ਮਾਤਾਵਾਂ ਉੱਥੇ ਜਿਹੜੇ ਜ਼ਖਮਾਂ ਦੇ ਉੱਤੇ ਕਿਸੇ ਦੇ ਨਮਕ ਛਿੜਕਣਾ ਹੈ ਤੇ ਉਹ ਸ਼ੁਕਰ ਕਰੋ ਖੱਟਰ ਸਾਹਿਬ ਦਾ ਜਹਾਜ਼ ਨਹੀਂ ਥੱਲੇ ਉਤਰਿਆ। ਉਹਦੀ ਜ਼ਿੰਦਗੀ ਹਲੀ ਪਰਮਾਤਮਾ ਨੂੰ ਹੋਰ ਜਿਉਣ ਦੀ ਲੋੜ ਸੀ, ਉਹਨੂੰ ਅੰਨ ਗੰਦਾ ਕਰਨਾ ਸੀ ਉਹਨੇ। ਕਿਸ ਤਰ੍ਹਾਂ ਨੌਜਵਾਨ ਭਟਕ ਕੇ ਗਿਆ ਹੈ ਜਾਂ ਉਹਨਾਂ दारू ਪੀ ਕੇ ਅੱਗੇ ਆਪਣੇ ਗੁੰਡੇ ਖੜੇ ਕੀਤੇ ਹਨ ਲੱਠ ਦੇ ਕੇ, ਤੇ ਉਹਦੇ ਵਿੱਚ ਕੁਝ ਹੀ ਹੋ ਸਕਦਾ ਸੀ। ਬੜੀ ਮਾੜੀ ਜ਼ਿਆਦੀ ਨੀਤੀ ਹੈ ਸਰਕਾਰ ਦੀ, ਇਸ ਤਰ੍ਹਾਂ ਦੇ ਅੱਜ ਤੱਕ ਵੀ ਨਹੀਂ ਹੋਇਆ। ਸਰਕਾਰਾਂ ਪਹਿਲੀਆਂ ਹੀ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ। ਇੱਕ ਔਰੰਗਜ਼ੇਬ ਸੁਣਿਆ ਸੀ ਰਾਜਾ ਹੋਇਆ ਹੈ, ਉਹਨੇ ਨਿੱਕੇ ਨਿੱਕੇ ਬੱਚੇ ਨੀਆਂ ਦੇ ਵਿੱਚ ਨਾ ਦਿੱਤੇ ਹਨ। ਇਹਨਾਂ ਤੋਂ ਨਿੱਕੇ ਬੱਚਿਆਂ ਦੇ ਨਹੀਂ ਤਰਸਾਇਆ। ਇਹ ਮੋਦੀ ਜਿਹੜਾ ਹੈ ਇਹ ਉਹ ਔਰੰਗਜ਼ੇਬ ਦਾ ਰੂਪ ਹੈ, ਬਾਹਰਲੀ ਕੰਟਰੀ 'ਚੋਂ ਆਇਆ ਹੈ ਤੇ ਸਿਰਫ ਸਾਡਾ ਹਿੰਦੁਸਤਾਨ ਵੇਚਣ ਵਾਸਤੇ ਆਇਆ ਹੈ ਤੇ ਇਥੋਂ ਉਹਨੂੰ ਕੋਈ ਨਾ ਕੋਈ ਲੱਭਦਾ ਪਿਆ ਤੇ ਇਸੇ ਕਰਕੇ ਕੈਮਲਾ ਗਾਉਂ ਦੀ ਜੇ ਆਪਾਂ ਗੱਲ ਕਰੀਏ, ਆਪਾਂ ਖੁਦ ਵੀ ਉੱਥੇ ਮੌਜੂਦ ਸੀ ਜਦੋਂ ਇਹ ਸਾਰਾ ਜਿਹੜਾ ਸਿਨੈਰੀਓ ਸਾਨੂੰ ਵੇਖਣ ਨੂੰ ਮਿਲਿਆ ਸੀ। ਜਿਹੜੇ ਗਾਉਂ ਦੇ ਲੋਕੀ ਸਨ ਉਹਨਾਂ ਨੇ ਪੁਲਿਸ ਵਾਲਿਆਂ ਕੋਲ ਡੰਡੇ ਲੈ ਕੇ ਆਪ ਜਾ ਕੇ ਕਿਸਾਨਾਂ ਨੂੰ ਮਾਰੇ। ਉਹ ਤੋਂ ਬਾਅਦ ਕਿਸਾਨ ਸਟੇਜ ਤੇ ਗਏ, ਲੇਕਿਨ ਅਗਲੇ ਦਿਨ ਇਹੋ ਜਿਹੀਆਂ ਗੱਲਾਂ ਹੀ ਸੁਣਨ ਨੂੰ ਮਿਲ ਰਹੀਆਂ ਸਨ ਕਿ ਕਿਸਾਨ ਨੇ ਆਪਣੇ ਜਿਹੜੇ ਉਹਨਾਂ ਦਾ ਵਿਰੋਧ ਪ੍ਰਦਰਸ਼ਨ ਸੀ, ਜੋ ਕਿ ਉਹ ਕਹਿੰਦੇ ਸੀ ਕਿ ਆਪਾਂ ਸ਼ਾਂਤੀਪੂਰਨ ਤਰੀਕੇ ਨਾਲ ਵਿਰੋਧ ਕਰਨਾ ਹੈ, ਲੇਕਿਨ ਉਸ ਸਮੇਂ ਵਿਰੋਧ ਜਿਹੜਾ ਹੈ ਉਹ ਸ਼ਾਂਤੀਪੂਰਨ ਤਰੀਕੇ ਨਾਲ ਹੁੰਦਾ ਹੋਇਆ ਨਹੀਂ ਵਿਖਿਆ। ਤੇ ਤੁਸੀਂ ਉਹਦੇ ਬਾਰੇ ਕੀ ਕੁਝ ਕਹਿਣਾ ਚਾਹੋਗੇ ਕਿ ਸਾਰੀਆਂ ਮਤਲਬ ਜਿਹੜੀ ਤਸਵੀਰਾਂ ਆਪਾਂ ਉੱਥੇ ਵੇਖਿਆ ਸਨ ਉਹ ਲੁਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਮੇਰੀ ਸੁਣੋ ਗੱਲ, ਅਸੀਂ ਜਦੋਂ ਚੱਲੇ ਆ ਨਾ 8 ਕਿਲੋਮੀਟਰ ਪੈਦਲ ਸਫ਼ਰ ਕੀਤਾ ਅਸਾਂ, ਵੱਟਾਂ ਦੇ ਉੱਤੋਂ ਗਏ ਆ। ਕੈਮਲਾ ਇੱਕ ਪਿੰਡ ਉਰਾਂ ਵੀ ਪੈਂਦਾ ਸੀ, ਉਹਦਾ ਨਾਮ ਨਹੀਂ ਜਾਣਦਾ ਮੈਂ। ਉੱਥੇ ਉਹ ਪਾਣੀ ਲੈ ਕੇ, ਚਾਹ ਲੈ ਕੇ, ਬਿਸਕੁਟ ਲੈ ਕੇ ਸਾਰੇ ਖੜੇ। ਜਦੋਂ ਆਏ ਆ ਅਸੀਂ ਨਿੱਕੇ ਨਿੱਕੇ ਬੱਚੇ ਭੈਣਾਂ ਸਾਡੀਆਂ, ਮਾਤਾਵਾਂ ਸਾਡੀਆਂ, ਬਜ਼ੁਰਗ ਸਾਡੇ, ਇੰਨੀ ਜ਼ਿਆਦਾ ਉਹਨਾਂ ਸੇਵਾ ਕੀਤੀ ਹੈ। ਸਾਡੇ ਕਿਸਾਨ ਭਰਾ ਆਏ ਨੇ, ਭੁੱਖੇ ਹੋਣਗੇ, ਤੱਸੇ ਹੋਣਗੇ, ਸਵੇਰ ਦੇ ਬੈਠੇ ਸਨ, ਹੁਣ ਪੈਦਲ ਯਾਤਰਾ ਕਰਕੇ ਆਏ ਨੇ। ਇਹਨਾਂ ਦੀ ਸੇਵਾ ਕਰੋ। ਇੱਕ ਇਨਸਾਨ ਵੀ ਨਹੀਂ ਉੱਥੋਂ ਦਾ ਕੇਵਲ ਗਾਂਵ ਦਾ ਜਿਹੜਾ ਕਿ ਸਾਡੇ ਕਿਸਾਨਾਂ ਦੇ ਵਿਰੁੱਧ ਸੀ, ਬਿਲਕੁਲ ਹੀ ਇਹ ਗਲਤ ਗੱਲ ਕਰਦੇ ਨੇ। ਇਹਨਾਂ ਆਪਣੇ ਗੁੰਡੇ ਬਾਹਰੋਂ ਲਿਆਂਦੇ ਸਨ। ਜਿਸ ਟਾਈਮ ਮੈਂ DGP ਨਾਲ ਗੱਲ ਕੀਤੀ ਹੈ, ਉਹ ਕਹਿਣ ਲੱਗੇ ਬਈ ਤੁਸੀਂ ਲੜਾਈ ਕਾਹਤੋਂ ਕਰਦੇ? ਅਸੀਂ ਕਿਹਾ ਸਾਡੇ ਨੌਜਵਾਨ ਪਿੱਛਾ ਤੁਸੀਂ ਗੋਲੇ ਮਾਰੇ ਨੇ, ਆਸੂ ਗੋਲੇ ਛੱਡੇ ਨੇ, ਤੋਪਾਂ ਮਾਰ ਕੇ ਪਿੱਛੇ ਵੇਖੋ ਕਣਕ ਦੇ ਵਿੱਚ ਡਿੱਗੇ ਪਏ ਨੇ, ਸਾਡੇ ਬੇਟੇ ਨੇ। ਅਸੀਂ ਪਹਿਲਾਂ ਮੈਂ ਮਰਾਂਗੇ, ਉਹਨਾਂ ਨੂੰ ਬਾਅਦ ਜਿੰਨਾ ਜੀ ਅਗਰ ਗੱਲ ਕਰੀਏ ਜਿਹੜਾ ਮੰਚ ਬਣਿਆ ਹੋਇਆ ਸੀ ਹਾਂਜੀ ਔਰ ਜਿਹੜਾ ਪੰਡਾਲ ਸੀ, ਉੱਥੇ ਜਿਹੜੀ ਕੈਮਰਿਆਂ ਨੇ ਕੈਦ ਕੀਤੀ ਤੋੜ ਫੋੜ, ਮੰਚ ਦਾ ਬੁਰਾ ਹਾਲ, BJP ਦੀ ਗੁੰਡੇ ਸਨ, ਹੈਲੀਪੈਡ ਤੱਕ ਪਾੜ ਦਿੱਤਾ ਗਿਆ। ਉਹ ਦੇਖੋ ਜੀ ਸ਼ਰਾਰਤੀ ਤੱਤਵ ਵਿੱਚ ਹੁੰਦੇ ਨੇ। ਜਦੋਂ ਬੰਦਾ दारू ਪੀ ਲੈਂਦਾ, दारू ਉਹਨਾਂ ਪਿਆਈ ਹੋਈ ਸੀ। ਮੈਂ ਆਪਣੀ ਬਿਲਕੁਲ ਅੱਖੀ ਵੇਖਿਆ, ਕੋਲ ਖੜੇ ਸਨ ਮੇਰੇ, ਡਾਂਗਾ ਲੈ ਕੇ ਮੈਨੂੰ ਵੀ ਡਾਂਗ ਮਾਰ ਲੱਗੇ ਹਨ। ਸਮੈਲ ਇੰਨੀ ਜ਼ਿਆਦਾ ਆਉਂਦੀ ਸੀ ਵੀ ਜਿਵੇਂ ਹੁਣੀ ਪੀ ਕੇ ਆਏ ਨੇ। ਸਿਰਫ ਇਹ ਸ਼ਰਾਬ ਪਿਆ ਕੇ ਗੁੰਡੇ ਪਾਲ ਕੇ ਉਹਨਾਂ ਅੱਗੇ ਕਰਕੇ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਤੇ ਇਹ ਸਾਰਾ ਕੁਝ ਹੀ ਜਿਹੜਾ ਇਹ ਭਰਪਾਈ ਸਰਕਾਰ ਕਰਨੀ ਹੈ। ਸਰਕਾਰਾਂ ਦੇ ਗੁੰਡੇ ਸਨ ਤੇ ਕਿਸਾਨ ਜਿਹੜੇ ਨੇ ਕਿਸੇ ਦਾ ਕੋਈ ਵੀ ਵੇਖੋ ਤੁਸੀਂ ਕਿੰਨਾ ਵਧੀਆ ਪ੍ਰੋਗਰਾਮ ਐਜੀਟੇਸ਼ਨ ਚੱਲਣ ਡਿਆ ਹੈ। ਕੋਈ ਐਸਾ ਗੱਲ ਹੀ ਕੋਈ ਨਹੀਂ ਜਿਹੜਾ ਭੜਕਾਊ ਭਾਸ਼ਣ ਜਾਂ ਕੋਈ ਕਿਸਾਨ ਕਰਦਾ ਹੋਵੇ। ਅਸੀਂ ਉਸ ਪਿੰਡ ਦੇ ਵਿੱਚ ਜਦੋਂ ਐਂਟਰ ਹੋਏ ਆ ਤੇ ਸਾਰੇ ਥੋੜਾ ਪਿੱਛੇ ਹੋ ਛੋਟੇ ਤੋਂ ਜੀ, ਜਦੋਂ ਐਂਟਰ ਹੋਏ ਆ ਪਿੰਡ ਤੋਂ ਤੇ ਪਿੰਡ ਚੋਂ ਨਿਕਲੇ ਆਪਾਂ, ਸਾਰੇ ਪਿੰਡ ਦੇ ਵਿੱਚੋਂ ਅਸੀਂ ਨਿਕਲੇ ਆ। ਕਿਸੇ ਪਿੰਡ ਦੇ ਇੱਕ ਘਰ ਨੇ ਵੀ ਥੋੜਾ ਹੋਰ ਕੋਈ ਐਸਾ ਘਰ ਨਹੀਂ ਸੀ ਜਿਨ੍ਹਾਂ ਦੇ ਵਿੱਚੋਂ ਸਾਡੀਆਂ ਮਾਵਾਂ ਭੈਣਾਂ, ਸਾਡੀਆਂ ਜਿਹੜੀਆਂ ਬੱਚੀਆਂ ਬੱਚੇ ਨਿਕਲ ਕੇ ਸਾਨੂੰ ਪਾਣੀ ਨਹੀਂ ਸੀ ਪਿਆਇਆ ਜਿੰਨਾ, ਜਾਂ ਚਾਹ ਨਹੀਂ ਸੀ ਪਿਆਈ ਸਾਨੂੰ, ਜਾਂ ਪੁੱਛਿਆ ਨਹੀਂ ਸੀ। ਕਿਸਾਨ ਵਿਰੋਧੀ ਉੱਥੇ ਨਾਅਰੇ ਵੀ ਲੱਗੇ। ਯਾਨੀ ਕਿ ਇੱਕ ਸਿੱਧੀ ਤਸਵੀਰ ਸੀ ਵੀ ਇੱਕ ਧੱਕਾਸ਼ਾਹੀ ਹੋਈ ਸੀ ਉਸ ਪਿੰਡ ਨਾਲ। ਉਸ ਪਿੰਡ ਦੇ ਲੋਕ ਬਿਲਕੁਲ ਨਹੀਂ ਸਨ ਚਾਹੁੰਦੇ ਇਸ ਰੈਲੀ ਨੂੰ, ਕਿਉਂਕਿ ਉਦੋਂ ਪਹਿਲਾਂ ਪਤਾ ਲੱਗਾ ਵੀ ਉੱਥੇ ਕਰਫਿਊ ਲਾ ਦਿੱਤਾ ਗਿਆ ਸੀ ਲੋਕਾਂ ਨੂੰ। ਤੇ ਲੋਕਾਂ ਨੇ ਆਪਣੀ ਜਿਹੜੀ ਨਾਰਾਜ਼ਗੀ, ਜਿਹੜਾ ਆਪਣਾ ਵਿਰੋਧ ਹੈ, ਉਹ ਆਪਣੇ ਛੱਤਾਂ ਤੇ ਚੜ੍ਹ ਕੇ ਕਾਲੀਆਂ ਝੰਡੀਆਂ ਵਿਖਾ ਕੇ ਕੀਤਾ।
ਯਾਨੀ ਕਿ ਇੱਕ ਐਡੀ ਤਗੜੀ ਤਾਨਾਸ਼ਾਹੀ ਪਿਆ ਸਰਕਾਰ ਨੂੰ ਚਾਹੁੰਦੇ ਨੇ। ਸਰਕਾਰ ਖੱਟਰ ਉਹਦੀ ਰੈਲੀ ਨਹੀਂ ਸਨ ਚਾਹੁੰਦੇ, ਲੋਕ ਉੱਥੋਂ ਦੇ ਵੀ ਨਹੀਂ ਸਨ ਚਾਹੁੰਦੇ, ਬਾਕੀ ਦੁਨੀਆ ਦੇ ਲੋਕ ਤੇ ਨਹੀਂ ਸਨ ਚਾਹੁੰਦੇ, ਉੱਥੋਂ ਦੇ ਕੈਮਲਾ ਪਿੰਡ ਦੇ ਵੀ ਨਹੀਂ ਸਨ ਚਾਹੁੰਦੇ। ਪਰ ਉੱਥੇ ਇੱਕ ਥੋਪਿਆ ਗਿਆ ਸੀ ਉਹ ਪ੍ਰੋਗਰਾਮ। ਫਿਰ ਇੱਕ ਉਹ ਮਾਂ ਪੰਚਾਇਤ ਦੇ ਨਾਂ ਤੇ, ਕਿਸਾਨ ਮਾਂ ਪੰਚਾਇਤ ਦੇ ਨਾਂ ਤੇ, ਯਾਨੀ ਕਿ ਕਿਸਾਨ ਤੇ ਰੁਲ ਰਹੇ ਨੇ ਸੜਕਾਂ ਦੇ ਉੱਤੇ, ਦਿੱਲੀ ਬੈਠੇ ਨੇ। ਉਹ ਮਾਂ ਪੰਚਾਇਤ ਕਿਹਦੇ ਨਾਲ ਕਰਦਾ ਸੀ ਪਿਆ। ਫਿਰ ਉੱਥੇ ਸਾਨੂੰ ਪਤਾ ਲੱਗਾ ਜਿਹੜੇ ਇੰਡਸਟਰੀ ਸੀ, ਉੱਥੋਂ ਦੇ ਉਦਯੋਗ ਸਨ, ਉੱਥੋਂ ਦੇ ਵਿਚਾਰੇ ਬਿਹਾਰੀ ਭਈਏ ਜਿਹੜੇ ਸਨ ਜਾਂ ਕਰਮਚਾਰੀ ਸਨ ਲੋਕ, ਉਹਨਾਂ ਨੂੰ ਉੱਥੇ ਬਿਠਾਇਆ ਗਿਆ ਧੱਕੇ ਨਾਲ। ਯਾਨੀ ਕਿ ਟੋਟਲ ਇੱਕ ਤਾਨਾਸ਼ਾਹੀ ਲਾ ਲਓ ਵੀ ਤਾਨਾਸ਼ਾਹੀ, ਡੈਮੋਕ੍ਰੇਸੀ ਨਾਂ ਦਾ ਇਹਨਾਂ ਨੇ ਕੋਈ ਜਗ੍ਹਾ, ਕੋਈ ਗੁੰਜਾਇਸ਼ ਨਹੀਂ ਰਹਿ ਗਈ। ਡੈਮੋਕ੍ਰੇਸੀ ਤੇ ਬਿਲਕੁਲ ਖਤਮ ਕਰ ਦਿੱਤੀ। ਟੋਟਲ ਤਾਨਾਸ਼ਾਹੀ ਵੇਖਣ ਨੂੰ ਮਿਲੀ ਉੱਥੇ। ਯਾਨੀ ਕਿ ਸਾਡੇ ਵੀ ਮਨ 'ਚ ਸੀ ਸ਼ਾਇਦ ਕੁਟੇਲ ਉੱਥੋਂ ਦੇ ਲੋਕ ਜਿਹੜੇ ਕੈਮਲਾ ਲੋਕ ਤੇ ਸਾਡਾ ਵਿਰੋਧ ਕਰਨ, ਪਰ ਉਹਨਾਂ ਨੇ ਸਾਨੂੰ ਸਿਰ ਅੱਖਾਂ ਤੇ ਬਿਠਾ ਲਿਆ, ਸਾਡੇ ਅੱਖਾਂ 'ਚ ਅਥਰੂ ਆ ਗਿਆ ਉਹਨਾਂ ਦੀ ਸੇਵਾ ਭਾਵਨਾ ਵੇਖ। ਲੋਹੜੀ ਦਾ ਪਰਵ ਹੈ ਅੱਜ। ਵੈਸੇ ਜੇ ਆਪਾਂ ਗੱਲ ਕਰੀਏ ਜੋ ਤਸਵੀਰਾਂ ਸਾਨੂੰ ਵੇਖਣ ਨੂੰ ਮਿਲਦੀਆਂ ਸਨ, ਪਰਿਵਾਰ ਜਿਹੜਾ ਹੈ ਕਾਫੀ ਧੂਮਧਾਮ ਨਾਲ ਇਸ ਪਰਵ ਨੂੰ ਮਨਾਉਂਦਾ ਹੈ। ਪਰ ਇਸ ਸਾਲ ਦੀ ਤਸਵੀਰਾਂ ਬਿਲਕੁਲ ਹੀ ਅਲੱਗ ਨੇ, ਕਿਉਂਕਿ ਸਾਡੇ ਜਿਹੜੇ ਵੀਰ ਨੇ, ਬਜ਼ੁਰਗ ਨੇ, ਉਹ ਦਿੱਲੀ ਬਾਰਡਰ ਬੈਠੇ ਹੋਏ ਨੇ, ਕਈ ਟੋਲ ਪਲਾਜ਼ਾ ਤੇ ਬੈਠੇ ਹੋਏ ਨੇ। ਉਹਦੇ ਬਾਰੇ ਕੀ ਕੁਝ ਕਹਿਣਾ ਚਾਹੋਗੇ? ਕਿੱਦਾਂ ਦਾ ਪਰਵ ਇਸ ਸਾਲ ਜਿਹੜਾ ਹੈ ਲੋਹੜੀ ਦਾ ਰਹਿਣ ਵਾਲਾ ਹੈ? ਪਰਵ ਤੇ ਅਸੀਂ, ਮੈਂ ਪਹਿਲਾਂ ਵੀ ਗੱਲ ਇੱਥੇ ਕੀਤੀ, ਪਰਵ ਤੇ ਅਸੀਂ ਉਸੇ ਹੀ ਉਤਸ਼ਾਹ ਨਾਲ ਮਨਾਵਾਂਗੇ। ਕੋਈ ਅਸੀਂ ਪਰਿਵਾਰ ਨਾਲ ਨਹੀਂ ਹੈਗਾ ਥੋੜਾ, ਇਹ ਵੀ ਪਰਿਵਾਰ ਹੈ ਸਾਡਾ। ਇੱਕ ਕਿਸਾਨ ਮਹਾਰਾਜ ਕੋਈ ਇਹ ਵੀ ਪਰਿਵਾਰ ਹੈ ਸਾਡਾ, ਕਿਸਾਨ ਪਰਿਵਾਰ ਹੈ ਸਾਡਾ। ਇੱਕ ਮੈਂ ਅੱਗੇ ਵੀ ਇਹ ਗੱਲ ਕਰਦਾ ਹੁਣਾ ਵੀ ਧਰਮ ਇੱਕ ਬਣ ਗਿਆ ਹੁਣ, ਸਾਰੇ ਹਿੰਦੁਸਤਾਨ ਦਾ ਧਰਮ ਇੱਕ ਕਿਸਾਨੀ ਦਾ ਧਰਮ ਬਣ ਗਿਆ। ਹਿੰਦੂ, ਮੁਸਲਿਮ, ਸਿੱਖ, ਈਸਾਈ ਦਾ ਇੱਥੇ ਕੋਈ ਹੁਣ ਰੌਲਾ ਨਹੀਂ ਰਹਿ ਗਿਆ। ਸਾਰੇ ਲੋਕ ਸਮਝ ਚੁੱਕੇ ਨੇ। ਜਦੋਂ ਦੀ ਇਹ ਸਰਕਾਰ ਆਈ ਹੈ, ਇੱਕੋ ਹੀ ਹਿੰਦੂ ਮੁਸਲਿਮ ਦੇ ਨਾਂ ਤੇ ਲੋਕਾਂ ਨੂੰ ਵੰਡਿਆ, ਜਾਟ ਨੌਨ ਜਾਟ ਦੇ, ਪੰਜਾਬੀ ਨੌਨ ਪੰਜਾਬੀ ਦੇ ਨਾਂ ਤੇ। ਅੱਜ ਇਹ ਗੱਲਾਂ ਬਿਲਕੁਲ ਕਲੀਅਰ ਹੋ ਚੁੱਕੀਆਂ ਨੇ, ਲੋਕ ਅਵੇਅਰ ਹੋ ਚੁੱਕੇ ਨੇ ਵੀ ਲੋਕ ਇਹ ਸਮਝ ਚੁੱਕੇ ਨੇ ਵੀ ਇਹਨਾਂ ਨੇ ਸਿਰਫ ਸਾਡੇ ਤੇ ਰਾਜ ਕਰਨਾ। ਜੋ ਅੰਗਰੇਜ਼ਾਂ ਦੀਆਂ ਨੀਤੀਆਂ ਸਨ ਉਹੀ ਇਹਨਾਂ ਦੀਆਂ ਨੀਤੀਆਂ ਨੇ, ਇਹਨਾਂ ਦਾ ਕੋਈ ਬਦਲਾਵ ਨਹੀਂ। ਉਹ ਤੇ ਬਗਾਨੇ ਸਨ, ਇਹਨਾਂ ਆਪਣੀਆਂ ਵੀ ਸਾਨੂੰ ਲੁੱਟਿਆ ਧਰਮ ਦੇ ਨਾਲ। ਪਰ ਪਰਿਵਾਰ ਦੀ ਗੱਲ ਕਰਦੇ ਹਾਂ ਤੇ ਇਹ ਸਾਡਾ ਪਰਿਵਾਰ ਹੀ ਹੈ। ਉਸ ਦਿਨ ਇੱਕ ਪਰਿਵਾਰ ਵਾਂਗੂ ਇਸ ਦੇ ਇੱਥੇ ਬੈਠਦੇ ਹਾਂ ਅਸੀਂ, ਉੱਥੇ ਵੀ ਸਾਡੇ ਜਿੰਨੇ ਜੋ ਵੀ ਲੋਕ ਇੱਕ ਪਰਿਵਾਰ ਹੈ, ਅਸੀਂ ਪਰਿਵਾਰ ਦੇ ਵਿੱਚ ਮਨਾ ਰਹੇ ਹਾਂ। ਪਰ ਤਰੀਕਾ ਜਿਹੜਾ ਉਹ ਅੱਜ ਵਿਰੋਧ ਦਾ ਹੈ। ਜਿਹੜੇ 3 ਕਾਨੂੰਨ ਸਾਡੇ ਤੇ ਥੋਪੇ ਗਏ ਨੇ ਉਹਦੇ ਵਿਰੋਧ ਦੇ ਵਿੱਚ ਅਸੀਂ ਇਹ ਲੋਹੜੀ ਮਨਾ ਰਹੇ ਹਾਂ। ਤੇ ਲੋਹੜੀ ਅਸੀਂ ਮਨਾਣੀ ਹੋਈ ਸੀ ਤੇ ਇਹਦਾ ਥੋੜਾ ਜਿਹਾ ਤਰੀਕਾ, ਇਹ ਸਰਕਾਰਾਂ ਜ਼ਿੰਮੇਵਾਰ ਨੇ, ਇਸ ਚੀਜ਼ ਦੀਆਂ ਸਰਕਾਰਾਂ ਨੇ ਸਾਨੂੰ ਜਿਹੜਾ ਗੁੰਮਰਾਹ ਕੀਤਾ ਹੈ। ਤੇ ਇਹ ਚੀਜ਼ ਜਿਹੜੀ ਹੈ ਤਿਉਹਾਰ ਮਨਾਵਾਂਗੇ, ਰਾਤ ਨੂੰ ਵੀ ਅਸੀਂ ਆਪਣਾ ਪੂਰਾ ਉਤਸ਼ਾਹ ਨਾਲ ਮਨਾਵਾਂਗੇ। ਤੇ ਤੁਸੀਂ ਕਿਸਾਨਾਂ ਦੇ ਜਜ਼ਬੇ ਨੂੰ ਵੇਖ ਸਕਦੇ ਹੋ ਹਜੇ ਵੀ। ਹਾਲਾਂਕਿ ਜਿਵੇਂ ਕਿ ਆਪਾਂ ਕੁਝ ਕਿਸਾਨਾਂ ਨਾਲ ਗੱਲਬਾਤ ਵੀ ਕੀਤੀ ਤਾਂ ਉਹਨਾਂ ਨੇ ਇਹੀ ਕਿਹਾ ਕਿ ਜਿਹੜਾ ਪਰਿਵਾਰ ਹੈ, ਜਿਹੜਾ ਕਿਸਾਨਾਂ ਦਾ ਆਪਣਾ ਪਰਿਵਾਰ ਹੈ, ਉਹਦੇ ਨਾਲ ਮਿਲ ਕੇ ਅੱਜ ਲੋਹੜੀ ਦਾ ਪਰਵ ਮਨਾਇਆ ਜਾਏਗਾ। ਤੇ ਜਿਹੜੇ 3 ਕਾਲੇ ਕਾਨੂੰਨ ਨੇ ਜੋ ਕਿ ਕਿਸਾਨਾਂ ਦਾ ਲਗਾਤਾਰ ਕਹਿਣਾ ਹੈ ਕਿ ਉਹਨਾਂ ਲਈ ਉਹ ਕਾਨੂੰਨ ਸਹੀ ਨਹੀਂ ਹੈਗੇ ਤੇ ਉਹ ਚਾਹੁੰਦੇ ਨੇ ਕਿ ਸਰਕਾਰ ਤਿੰਨੋਂ ਕਾਨੂੰਨਾਂ ਨੂੰ ਵਾਪਸ ਲਵੇ। ਉਹਨਾਂ ਦਾ ਵਿਰੋਧ ਕਰਦੇ ਹੋਏ ਅੱਜ ਜਿਹੜੀ ਲੋਹੜੀ ਹੈ ਉਹਦੇ ਚ ਜਿਹੜੇ ਕਾਨੂੰਨ ਨੇ ਉਹਨਾਂ ਦੀ ਪਰਚੀਆਂ ਜਲਾਈਆਂ ਗਈਆਂ ਨੇ। ਆਪਾਂ ਤੁਹਾਨੂੰ ਲਾਈਵ ਤਸਵੀਰਾਂ ਅਸਨ ਟੋਲ ਤੋਂ ਇਸ ਸਮੇਂ ਵਿਖਾਈਆਂ ਨੇ, ਹੋਰ ਤਸਵੀਰਾਂ ਆਪਾਂ ਤੁਹਾਨੂੰ ਅੱਗੇ ਵਿਖਾਵਾਂਗੇ। ਅਪੀਲ ਬਾਰ-ਬਾਰ ਇੱਕੋ ਹੀ ਹੈ ਕਿ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ। 1.5 ਮਹੀਨੇ ਤੋਂ ਵੱਧ ਹੋ ਚੁੱਕਿਆ ਕਿਸਾਨਾਂ ਨੂੰ ਦਿੱਲੀ ਬਾਰਡਰ ਤੇ ਬੈਠੇ ਹੋਏ। ਤਿੰਨੋਂ ਕਾਨੂੰਨਾਂ ਦਾ ਵਿਰੋਧ ਕਿਸਾਨ ਪਿਛਲੇ 1.5 ਮਹੀਨੇ ਤੋਂ ਕਰ ਰਹੇ ਨੇ। ਹਾਲਾਂਕਿ ਸੁਪਰੀਮ ਕੋਰਟ ਵੱਲੋਂ ਕੱਲ ਇਹਨਾਂ ਤਿੰਨਾਂ ਕਾਨੂੰਨਾਂ ਤੇ ਰੋਕ ਲਗਾਈ ਗਈ ਸੀ, ਯਾਨੀ ਕਿ ਸਟੇ ਲਗਾਇਆ ਗਿਆ ਸੀ। ਲੇਕਿਨ ਫਿਰ ਵੀ ਕਿਸਾਨਾਂ ਦਾ ਇਹੀ ਕਹਿਣਾ ਹੈ ਕਿ ਜਦੋਂ ਤੱਕ ਸਰਕਾਰ ਤਿੰਨੋਂ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੀ ਉਦੋਂ ਤੱਕ ਇਹ ਅੰਦੋਲਨ ਜਿਹੜਾ ਹੈ ਉਹ ਖਤਮ ਨਹੀਂ ਹੋਏਗਾ। ਤੇ ਅੱਜ ਆਪਾਂ ਜੇ ਲੋਹੜੀ ਦੇ ਪਰਵ ਦੀ ਗੱਲ ਕਰੀਏ ਤਾਂ ਕਿਸਾਨ ਤੁਸੀਂ ਵੇਖ ਸਕਦੇ ਹੋ ਇੱਥੇ ਇਕੱਠੇ ਆਪਣੇ ਕਿਸਾਨ ਪਰਿਵਾਰ ਨਾਲ ਲੋਹੜੀ ਮਨਾ ਰਹੇ ਨੇ। ਆਪਾਂ ਕੁਝ ਹੋਰ ਕਿਸਾਨਾਂ ਨਾਲ ਵੀ ਗੱਲਬਾਤ ਕਰਾਂਗੇ। ਅਪੀਲ ਬਾਰ-ਬਾਰ ਇੱਕੋ ਹੀ ਹੈ ਕਿ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ, ਕਿਉਂਕਿ ਕहीं ਨਾ ਕहीं ਆਪਾਂ ਇਹ ਤਸਵੀਰਾਂ ਸਰਕਾਰ ਤੱਕ ਪਹੁੰਚਾਉਣੀਆਂ ਨੇ। ਕਿਉਂਕਿ ਇੱਕੋ ਹੀ ਮੰਗ ਜਿਹੜੀ ਕਿਸਾਨ ਸ਼ੁਰੂ ਤੋਂ ਕਹਿ ਰਹੇ ਨੇ ਕਿ ਤਿੰਨੋਂ ਕਾਨੂੰਨ ਜਿਹੜੇ ਨੇ ਉਹ ਵਾਪਸ ਹੋਣੇ ਚਾਹੀਦੇ ਨੇ। ਕੁਝ ਹੋਰ ਸਾਡੇ ਨਾਲ ਯੁਵਾ ਵੀ ਇੱਥੇ ਮੌਜੂਦ ਨੇ, ਆਪਾਂ ਉਹਨਾਂ ਨਾਲ ਵੀ ਇੱਕ ਵਾਰ ਗੱਲਬਾਤ ਕਰਾਂਗੇ। ਸਰ, ਕੀ ਕੁਝ ਕਹਿਣਾ ਚਾਹੋਗੇ? ਅੱਜ ਲੋਹੜੀ ਦਾ ਪਰਵ ਤੁਸੀਂ ਇੱਥੇ ਮਨਾ ਰਹੇ ਹੋ, ਲੇਕਿਨ ਕਾਨੂੰਨਾਂ ਦਾ ਵਿਰੋਧ ਜਿਹੜਾ ਹੈ ਉਹ ਵੀ ਲਗਾਤਾਰ ਜਾਰੀ ਹੈ। ਕੀ ਕੁਝ ਇਹਦੇ ਬਾਰੇ ਦੱਸਣਾ ਚਾਹੋਗੇ? ਦੇਖੋ ਜੀ, ਜਿਹੜਾ ਲੋਹੜੀ ਦਾ ਤਿਉਹਾਰ ਹੈ ਨਾ, ਜਿਵੇਂ ਅੱਜ ਅਸੀਂ 3 ਕਾਨੂੰਨ ਪਾਸ ਕੀਤੇ ਨੇ ਮੋਦੀ ਸਰਕਾਰ ਨੇ। ਇੱਕ ਕਾਨੂੰਨ ਨਹੀਂ ਗੇ, ਇੱਕ ਡੈਥ ਵਾਰੰਟ ਹੈ ਕਿਸਾਨਾਂ ਦਾ। ਤਾਂ ਉਹ ਅੱਜ ਅਸੀਂ ਇਹ ਅਗਨੀ ਦੇ ਵਿੱਚ ਇਸ ਲਈ ਪੇਂਟ ਕੀਤਾ ਹੈ ਵੀ ਇਹ ਮਤਲਬ ਲਾ ਲਓ ਬੁਰਾਈ ਦੀ ਅਸੀਂ ਉਹਨੂੰ ਅਗਨੀ ਦੇ ਭੇਟ ਕਰ ਦਿੱਤਾ ਹੈ ਵੀ ਅੱਗੋਂ ਸਾਨੂੰ ਅੱਛਾਈ ਦੀ ਉਮੀਦ ਹੈ। ਚਾਹੇ ਉਹ ਕੋਰਟ ਦੇ ਥਰੂ ਆਵੇ, ਚਾਹੇ ਮੋਦੀ ਸਰਕਾਰ ਅਨਾਉਂਸ ਕਰੇ ਵੀ ਇਹ ਤਿੰਨੇ ਕਾਨੂੰਨ ਰੱਦ ਕਰੋ ਤੇ ਸਾਡਾ ਹੱਕ ਸਾਨੂੰ ਦਿਓ ਜੀ। ਹਾਂਜੀ।
तो जिस तरह से किसानों का कहीं ना कहीं यही बात कहना है बार बार कि तीनों कानूनों को जो है वो वापस लिया जाए, स्टे हालांकि लगा दिया गया, पर फिलहाल किसानों का बार बार यही कहना है, जज्बे के साथ आगे बढ़ते हुए नजर आ रहे हैं। आंदोलन जो है तब तक ख़त्म नहीं होगा जब तक तीनों कानूनों को वापस नहीं लिया जाएगा। कुछ और लोग हमारे साथ मौजूद हैं। सर, क्या कहना चाहेंगे? आज हमने लोहड़ी की तस्वीरें देखी, कुछ अलग अंदाज से आप लोग आज लोहड़ी मना रहे हैं, क्या कुछ बताएंगे इसके बारे में? ऐसा है जी, जैसे लोहड़ी का त्यौहार है, पहले भी कई त्यौहार जैसे हैं, काफ़ी टाइम से मान लो कि इंसान आंदोलन चल रहा है, तो उस बीच में काफ़ी दिक्कतों का जैसे सामना भी करना पड़ा है, लेकिन उसको इन दिक्कतों की किसान को कोई परेशानी नहीं है। जो कि ये 3 ऑर्डिनेंस जो पास किए हैं सरकार ने, वो बिल्कुल गलत हैं। उसके खिलाफ जैसे हम अड़े हुए हैं, तो ऐसे अड़े रहेंगे जब तक ये वापस नहीं लेती सरकार, क्योंकि ये जो तीनों कानून हैं वो किसान विरोधी हैं। दूसरी बात ये है कि मेरे को तो इस सरकार की समझ नहीं आ रही है कि कोई इंसान अगर कोई चीज़ खाना नहीं चाहता तो उसको धक्के से कहें कि लो ये खाओ, ये आपके लिए फ़ायदेमंद है। अगर खाने वाला तैयार नहीं है, तो जो ये सरकार कह रही है कि ये चीज़ें आपके लिए बहुत अच्छी हैं, तो अगर किसान कह रहा है कि मेरे लिए अच्छी नहीं है, तो मैं नहीं लेना चाहता, तो उसको ज़बरदस्ती क्यों दिया जा रहा है? तो ये सरकार की सबसे बड़ी मूर्खता है। इसलिए मैं यही कहना चाहूँगा, सरकार से अपील करता हूँ कि वो अपने कानून जल्दी से जल्दी रद्द करें, क्योंकि बहुत किसानों की शहादत हो चुकी है। तो जैसे कि अगर किसान आंदोलन की बात करें, हम आपको तस्वीरों में भी लगातार दिखा रहे हैं कि युवा हो, बुजुर्ग हो, बच्चे हो, सभी अलग अलग तरीके से अपने अपने ढंग से जो हैं आंदोलन करते हुए नज़र आ रहे हैं। कई सारे सपोर्टर्स को भी हमने देखा, सबने अलग अलग तरीके से किसानों को सपोर्ट किया। और आज की अगर हम बात करें, लोहड़ी का पर्व है जहाँ पर हम अपने घरों में लोहड़ी मनाते हैं, मूंगफलियों से, रेवड़ियों से और पॉपकॉर्न्स जो हैं हम लोहड़ी में डालते हैं। वहीं आज जो है अगर किसानों की बात करें, किसानों ने अलग अलग तरीके से जो है लोहड़ी मनाई है। आज तीनों कानूनों को जो है कागज़ पे लिखकर जो है किसानों ने लोहड़ी में उनकी आहुति दी है। कुछ हमारे साथ मौजूद हैं लोग। सर, क्या कहना चाहेंगे? हमने देखा कि सुप्रीम कोर्ट ने भी ये बात कही है कि कहीं ना कहीं जो बुज़ुर्ग हैं या जो बीवी, जो लेडीज़ वहाँ पर बैठे हैं, जो बच्चे हैं, उनको ज़रूर आंदोलन से हट जाना चाहिए, उनको ज़रूर वहाँ से निकल जाना चाहिए। इसके बारे में आप क्या कहना चाहेंगे? आपने पता है कि इस भारत देश जैसे लोकतंत्र देश में जब जब भी मौलिक अधिकारों का हनन हुआ, चाहे वो किसी रूप में हो, चाहे इमरजेंसी, जनता द्वारा चुनी सरकारों ने जब जब इस देश के नागरिक का मौलिक अधिकारों के कुठाराघात किया, तब तब आंदोलन है। और इस बार भारतीय जनता पार्टी ने किसानों के मौलिक अधिकारों को छीना, ये उनके आजीविका की सवाल है। छोटे छोटे बच्चे कड़ाके की सर्दी में, बूढ़े जवान बच्चे आंदोलन कर रहे हैं। क्या उन्होंने दिखाई नहीं दे रहा? ये सरकार अंधेरी सरकार है या कि छोटे छोटे बच्चों के साथ किसान अन्नदाता है, ये सारी दुनिया का पेट पालता है, इनका मौलिक अधिकार है और वो भी इससे छीना जा रहा है। इतिहास में पहली बार नहीं, जब जब इस देश में इमरजेंसी लगाई हो चुनी सरकार ने, तब भी आंदोलन हुआ, चाहे जयप्रकाश के नेतृत्व में हो या फिर उसके बाद सन 1986 में भी किसानों ने आंदोलन किया, बेरोजगारों ने मिलकर के आंदोलन किया। असली चक्कर क्या है? ये अपने जो मुद्दे हैं, असली मुद्दे, उनसे ध्यान भटका करके अपने उन पर चले आए सरकार। असली मुद्दा आज गरीबी का है, बेरोजगारी का है। बेरोजगारी कितनी बढ़ रही है लगातार? कहाँ गए वो शहीदों के सपने जो उन्होंने आज़ादी से पहले संजोए थे कि इस देश में समान शिक्षा, खाने के लिए रोटी, पहनने के लिए कपड़ा, रहने के लिए मकान मिलेगा? कहाँ मिला? किसी को आज बताओ। सिर्फ एक मुद्दे पर काम किया इस सरकार ने। तब ये राज सत्ता हासिल की थी, इस देश को 5 सेक्टरों में बांटा था। एक सेक्टर इन्होंने बनाया मल्टीनेशनल कंपनियों का। भाई मल्टीनेशनल कंपनियाँ इकट्ठी की, उनसे सहयोग मांगा बीजेपी सरकार ने, उन्होंने सहयोग दे दिया। फिर दूसरा बनाया इन पॉइंट कर्मचारियों का, रिटायर कर्मचारी, समान वेतन समान पेंशन देंगे, वो अपने साथ जोड़ लिए। तीसरा इन्होंने किसानों का हम स्वामीनाथन की रिपोर्ट लागू करेंगे। चौथा कहा इन्हें बेरोजगारों को रोजगार देंगे करोड़ों में। और पांचवा महिलाओं के जनगण खाते में 15-15 लाख रुपए देंगे। मैं ये पूछना चाहता हूँ, कोई भी नागरिक ये बताए पूरे हिंदुस्तान का, 1.25
इन्होंने एक ही वो कराया है मुद्दा, एक मुद्दा पे काम किया है। मल्टीनेशनल कंपनियां और इस देश के बैंक नोटबंदी लगा करके पूरे ठोक दिए। 4 अधूरे मुद्दे, उनसे ध्यान भटका करके कभी कनौरा का नाम लेकर के, कभी वैक्सीन, यानी असली मुद्दों से ध्यान भटकाने पर तुले यही हैं। और ये किसान बिल्कुल जागरूक हो चुका है, इन्हें ये पता लग गया भाई तुम्हारे मौलिक अधिकारों का हनन है। लोकतंत्र देश में रह ही नहीं रहे। और इस मुद्दों के लिए, मौलिक अधिकारों के लिए इस देश के जवानों ने कुर्बानियाँ भी दी और आगे भी तैयार हैं। ये लड़ाई छोटी लड़ाई नहीं है, ये किसान आंदोलन न रह करके जन आंदोलन बन चुका है। सभी देशवासियों की लड़ाई है ये। और मैं तो यही कहूँगा कि अब वो पहले वाला समाज नहीं रहा कि आज किसान, भारत सरकार में जो मंत्री पद है वो बहुत कम पढ़े लिखे हैं और हमारे किसान नेता PhD करे बैठे हैं, उनसे इंटेलिजेंट है। वो जो सोच रहे हैं उससे आगे सोचना, जो सोच का वो ख़त्म करती है सरकार, वो उससे आगे सोचना शुरू कर देते हैं किसान नेता। आज बदलाव है और बदलाव रहेगा, आएगा। और एक दिन ये होगा कि करके खाने वाला, कमेरा वर्ग और लुटेरे वर्ग की आमने सामने लड़ाई होगी इस अगले आंदोलन के बाद। तो सर देखा जा रहा है कहीं ना कहीं 50 दिन तकरीबन हो चुके हैं आंदोलन को, लगातार किसान रोड पर बैठे हैं, बच्चे हों, बूढ़े हों, जवान हों, सभी लोग बैठे हैं। तो सरकार को अब कोई ना कोई फैसला ज़रूर ले लेना चाहिए था। तो इसके बारे में आप क्या, सरकार को क्या कहना चाहेंगे? सरकार को तो मेरी तरफ से तो फटकार है, बहुत बड़ी फटकार। अब्राहम लिंकन कहते होते थे डेमोक्रेसी, यानी कि लोकतंत्र की डेफिनेशन दिया करते थे, डेमोक्रेसी इज़ द गवर्नमेंट ऑफ पीपल बाय द पीपल फॉर द पीपल। यानी कि अगर हिंदी में कहा जाए तो जो लोकतंत्र है वो लोगों के लिए, लोगों के द्वारा और लोगों के भले में, हित में है, वो उसको कहते हैं लोकतंत्र। लेकिन ये तो हमें लग ही नहीं रहा कहीं कि हम लोकतंत्र देश में रह रहे हैं। वहाँ पे उनको आप ही कह रहे हो कि 50 दिन हो गए हैं बैठे हुए। तो जैसे अगर किसी से जैसे जब संविधान बना तो कहते थे कि सर्वोच्च कौन है, तो उन्होंने कहा था कि सर्वोच्च ना न्यायालय है, ना सुप्रीम कोर्ट और ना एक पार्लियामेंट है। सर्वोच्च है, जो सर्वोच्च है देशवासी, जो नागरिक हैं, नागरिका को सर्वोच्चता दी गई है। और वहाँ पे आप देख लीजिए टिकरी बॉर्डर पे भी कम से कम 15-20 लाख की तादाद में बैठे हुए हैं देशवासी, और सिंगू बॉर्डर पर भी बैठे हुए हैं। और ये अगर एक सर्वोच्च व्यक्ति वहाँ पे जाके बैठा और मांग कर रहा है, अपने हितों की मांग कर रहा है, वो कोई ऐसा नहीं कर रहा कि हमें कुछ चाहिए, वो कह रहा है कि जो आप मुझे दे रहे हो मुझे वो ही नहीं चाहिए। तो मुझे लगता है कि हम लोकतंत्र देश में नहीं रह रहे, तो सभी देशवासियों को जागना चाहिए, बीजेपी का बाइकआउट करना चाहिए। इन्होंने बहुत ही ऐसे कार्य किए हैं जो देश को भटकाने वाले थे, जैसे इन्होंने NCR के कानून 370 की धारा, GST वगैरह, मतलब कि इन्होंने जितने कार्य किए हैं सभी में आंदोलन, दंगे हुए हैं। और जब लोग पूछते हैं, NCR वालों ने पूछा, 370 धारा हटाई, पूछा, लोगों ने पूछा कि ये कानून हमारे लिए सही नहीं है। जिनके लिए कानून बनते हैं उनको पता है, वो कहते हैं सही नहीं है, लेकिन बीजेपी वाले कहते हैं नहीं सही है। मैं तो इनको ये पूछना चाहता हूँ कि ये कौन से ग्रह से आए हैं? किसी और ग्रह से तो नहीं आए कहीं, जो ऐसे कानून बना देते हैं जो लोगों को समझ नहीं आते। मतलब कि 135 करोड़ आबादी है, उसमें से PhD हैं, IAS ऑफिसर हैं, गजटेड ऑफिसर हैं जो हमारा समर्थन कर रहे हैं। और ये सारे अनपढ़, मोदी मुझे डिग्री दिखा दे, अमित शाह दिखा दे मुझे, कहाँ पर इन्होंने डिग्री, कहाँ पर पढ़े हैं ये। और देशवासी सारे पागल हैं, उनको कानूनों का नहीं पता, उनको नहीं पता चल रहा, इनको ही पता है। ये कहते हैं जो इन्होंने किया वही सही है। और ये कानून मैं बता दूं किसानों के लिए नहीं है, कॉरपोरेट्स कंपनियों के लिए हैं। जैसे जमाखोरी 2019 में अवैध था, उसको अभी वैध कर दिया गया है कि कोई भी व्यक्ति कितनी भी जमाखोरी कर सकता है। हमारे पास भी ज़मीन है, लेकिन मैं 15-20 किले ज़मीन लगा लो मेरे पास है, तो मैं उसकी जमाखोरी या मतलब अपनी गेहूं अपने पास नहीं रख सकता, स्टोर नहीं कर सकता। उसको स्टोर करेंगी कॉर्पोरेट कंपनियां, और कॉर्पोरेट कंपनियां स्टोर करके, जैसे अडानी के सैलो बने हुए हैं, 75,000 लाख टन के बने हुए हैं। इधर डांड रोड पे जाओगे ना, कैथ रोड पे आपको देखने को मिलेंगे। तो वो जो स्टोर कर रखे हैं ना, वो महंगाई को बढ़ाएंगे, वो जमा कर लेंगे। जब डिमांड बढ़ेगी, इकोनॉमिक्स में आपने पढ़ा होगा डिमांड एंड सप्लाई,
जब डिमांड बढ़ेगी तो फिर सप्लाई देंगे। सप्लाई कैसे देंगे? बाजार में अगर जो दुकानदार है वो मांग करेंगे कि हमें अनाज चाहिए, हमें राइस चाहिए, हमें प्याज चाहिए, तो अडानी सिर्फ उसको ब्लॉक करके रखेगा कुछ महीनों के लिए, दिनों के लिए। जब डिमांड बिल्कुल शिखर पे जाएगी ना, तो फिर जो 2000 हमसे 1500 से हमसे जो अनाज खरीदा है ना, वो 4000 क्विंटल, 4000 5000 प्रति क्विंटल, यानी कि आपको जो खाने वाला आटा है ना, आपको 150 रुपये प्रति किलो मिलने वाला है। मैं सभी देशवासियों से मैं हाथ जोड़ के बेनती करता हूं कि इन किसानों का साथ दें। ये उन्हीं के जो हित में, अहित में नहीं, ये सभी के अहित में है। इनको हमको इसका डटकर मुकाबला करना चाहिए सारे देशवासियों को। जैसे कि सर ने बताया कि किस तरह से ये कानून जो है किसानों के लिए कहीं ना कहीं अहित ज़रूर हैं, और सिर्फ अगर किसान आंदोलन की बात करें तो आंदोलन सिर्फ किसानों के लिए ही नहीं बल्कि देश भर का आंदोलन बन चुका है। हर तरफ से लोग जो हैं किसानों को सपोर्ट करने के लिए पहुंच रहे हैं। लगातार 50 दिन हो चुके हैं और अभी तक भी जो है किसान आंदोलन ख़त्म होने पर नहीं आया है। स्टे ज़रूर लगा लिया गया है। कहीं ना कहीं सुप्रीम कोर्ट द्वारा ये बात सामने लाई गई कि जो बच्चे हैं या जो महिलाएं हैं आंदोलन में बैठी हुई हैं या जो बुजुर्ग हैं, उनको ज़रूर आंदोलन से हटाया जाए। पर किसानों का लगातार ये कहना है कि ये जो फैसला सुप्रीम कोर्ट सुना रही है या ये जो बात सुप्रीम कोर्ट ला रही है, उन बच्चों को, उन महिलाओं को या उन बूढ़ों को जो है किसान आंदोलन से नहीं हटाया जाएगा, क्योंकि कहीं ना कहीं ये आंदोलन को कमज़ोर ज़रूर करेगा। हालांकि अभी तक सरकार द्वारा कोई फैसला नहीं लिया गया है। क्या कुछ इसमें आगे होता है, तस्वीरों को देखने के लिए हमारे साथ जुड़े रहिए और इन तस्वीरों को ज़्यादा से ज़्यादा शेयर ज़रूर करें ताकि प्रशासन तक ये बात ज़रूर पहुँचे। हमने आपको असंध से भी तस्वीरें दिखाई, किस तरह से आज किसानों की लोहड़ी का जो है अलग एक पिक्चर ज़रूर सामने आई कि किसानों ने अपने परिवारों के साथ, बल्कि अपने घर परिवार के साथ नहीं बल्कि सभी किसान भाइयों के साथ मिलकर लोहड़ी बनाई। और लोहड़ी में जो है मूंगफलियों की या रेवड़ियों की या पॉपकॉर्न्स की आहुति ना डालकर बल्कि तीनों कानूनों के जो पेजेस थे उनकी आहुति डालकर ये लोहड़ी मनाई गई। इन तस्वीरों को आप ज़्यादा से ज़्यादा शेयर ज़रूर करें और आगे की खबरें देखने के लिए हमारे साथ जुड़े रहें। विभूति भारती, करनाल ब्रेकिंग न्यूज़, करनाल।